मैं बाबा जवंत सिंह मैमोरीअल दशमेश कॉन्वेंट सीनियर सैकेंडरी स्कूल ठट्ठा ने यूट्यूब चैनल उपर विग्यानियों की जिंदगी बारे जानकारी भरपूर वीडियो अपलोड कर रही हाँ तां जो साडे स्कूल के विद्यार्थी इन्हां महान विग्यानियों के जीवन बारे जानकारी हासिल कर सकन। अजिहा साडे स्कूल के प्रबंधक सर वालों करन लई सानूं प्रेरिया गया है। उन्हां दा मनना है कि बच्चे अजिहा सुन अते वेख के बहुत सीखते हैं। साडा यह यतन इस खेतर विच पहल कदमी है। अज मैं तुहानूं नील्स बोहर बारे दस्सण जा रही हाँ। नील्स हैनरिक डेविड बोहर का जन्म 7 अक्तूबर 1885 ਨੂੰ ਕੋਪਨਹੈਗਨ यूनीवर्सिटी ਵਿੱਚ फिलोजोलॉजी के प्रोफैसर क्रिश्चियन बोहर के पुत्र ਅਤੇ ਉਸਦੀ पत्नी इलन नी एडर के घर होया सी। नील्स अपने छोटे भरा हैलंड ਦੇ ਨਾਲ एक ਅਜਿਹੇ माहौल ਵਿੱਚ ਵੱਡਾ ਹੋਇਆ जो उसकी प्रतिभा के विकास ਲਈ सब तो अनुकूल सी। उसके पिता एक उगे शरीर विग्यानी सन ਅਤੇ स्कूल ਵਿੱਚ ही भौतिक विज्ञान ਵਿੱਚ उसकी दिलचस्पी जगाउਣ ਲਈ ਵੱਡੇ ਪੱਧਰ ਤੇ ਜ਼ਿੰਮੇਵਾਰ ਸਨ। उसकी मां सिक्ख्या के खेत्र में प्रसिद्ध परिवार तो आई सी। 1903 ਵਿੱਚ हेमलोग गामर स्कूल ਵਿੱਚ मैट्रिक करन तो बाद ਉਹ ਕੋਪਨਹੈਗਨ यूनीवर्सिटी ਵਿੱਚ दाखिल होया जिथे ਉਹ एक डूंघे असली ਅਤੇ ਉੱਚ ਪੱਧਰੀ भौतिक विज्ञानी प्रोफैसर सी। क्रिश्चियन की अगवाई ਵਿੱਚ आया ਅਤੇ 1909 ਵਿੱਚ भौतिक विज्ञान ਵਿੱਚ अपनी मास्टर डिग्री ਅਤੇ 1911 ਵਿੱਚ डॉक्टर की डिग्री ਲਈ। एक विद्यार्थी ਹੁੰਦਿਆਂ ही ਕੋਪਨਹੈਗਨ ਵਿੱਚ ਅਕੈਡਮੀ ਆਫ ਸਾਇੰਸ ਦੁਆਰਾ ਇੱਕ ਖਾਸ ਵਿਗਿਆਨਿਕ ਸਮੱਸਿਆ ਦੇ ਹੱਲ ਲਈ ਦਿੱਤੇ ਗਏ ਜਾਣ ਵਾਲੇ ਇਨਾਮ ਦੀ ਘੋਸ਼ਣਾ ਨੇ ਉਸ ਨੂੰ ਤਰਲ ਜੈਟਾਂ ਦੁਆਰਾ ਸਤਹ ਤੇ ਤਣਾਅ ਦੀ ਇੱਕ ਪ੍ਰਯੋਗਾਤਮਕ ਅਤੇ ਸਿਧਾਂਤਕ ਜਾਂਚ ਕਰਨ ਲਈ ਕਾਰਨ ਬਣਿਆ। ਇਹ ਕੰਮ ਜੋ ਉਸਨੇ ਆਪਣੇ ਪਿਤਾ ਦੀ ਪ੍ਰਯੋਗਸ਼ਾਲਾ ਵਿੱਚ ਕੀਤਾ ਅਤੇ ਜਿਸ ਲਈ ਉਸ ਨੂੰ ਇਨਾਮ ਦੀ ਪੇਸ਼ਕਸ਼ ਕੀਤੀ ਗਈ ਸੀ 1908 ਦੀ ਟ੍ਰਾਂਜੈਕਸ਼ਨ ਆਫ ਦ ਰਾਇਲ ਸੁਸਾਇਟੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਬੋਹਰ ਦੇ ਬਾਅਦ ਦੇ ਅਧਿਆਪਨ ਹਾਲਾਂਕਿ ਚਰਿੱਤਰ ਵਿੱਚ ਵੱਧ ਤੋਂ ਵੱਧ ਸਿਧਾਂਤਕ ਹੁੰਦੇ ਗਏ। ਉਸਦੇ ਡਾਕਟਰ ਦਾ ਵਿਵਾਦ ਇਲੈਕਟ੍ਰੋਨ ਥਿਊਰੀ ਦੀ ਸਹਾਇਤਾ ਨਾਲ ਧਾਤਾਂ ਦੀ ਵਿਸ਼ੇਸ਼ਤਾਵਾਂ ਦੀ ਵਿਆਖਿਆ ਦੇ ਕੰਮ ਦਾ ਇੱਕ ਸ਼ੁੱਧ ਸਿਧਾਂਤਕ ਹਿੱਸਾ ਹੈ ਜੋ ਅੱਜ ਤੱਕ ਇੱਕ ਕਲਾਸੀਕਲ ਹੈ। ਵਿਸ਼ਾ ਇਹ ਇਸ ਕੰਮ ਵਿੱਚ ਸੀ ਕਿ ਬੋਹਰ ਨੂੰ ਪਹਿਲੀ ਵਾਰ ਪਲੈਂਕ ਦੀ ਰੇਡੀਏਸ਼ਨ ਦੀ ਕੁਆਂਟਮ ਥਿਊਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। 1911 ਵਿੱਚ ਪਤਝੜ ਅਤੇ ਉਸਨੇ ਕੈਂਬਰਿਜ ਵਿੱਚ ਠਹਿਰਿਆ ਜਿੱਥੇ ਉਸਨੇ ਸਰ ਜੈਜੇ ਥਾਮਸਨ ਦੇ ਮਾਰਗਦਰਸ਼ਨ ਵਿੱਚ ਕੈਵੈਂਡਿਸ਼ ਪ੍ਰਯੋਗਸ਼ਾਲਾ ਵਿੱਚ ਚੱਲ ਰਹੇ ਪ੍ਰਯੋਗਾਤਮਕ ਕੰਮ ਦੀ ਪਾਲਣਾ ਕਰਕੇ ਲਾਭ ਪ੍ਰਾਪਤ ਕੀਤਾ। ਉਸੇ ਸਮੇਂ ਜਦੋਂ ਉਸਨੇ ਆਪਣਾ ਸਿਧਾਂਤਕ ਅਧਿਆਪਨ ਕੀਤਾ 1912 ਦੀ ਬਸੰਤ ਵਿੱਚ ਉਹ ਮੈਨਚੈਸਟਰ ਵਿੱਚ ਪ੍ਰੋਫੈਸਰ ਰਦਰਫੋਰਡ ਦੀ ਪ੍ਰਯੋਗਸ਼ਾਲਾ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਸਿਰਫ ਉਹਨਾਂ ਸਾਲਾਂ ਵਿੱਚ ਹੀ ਰੇਡੀਓ ਐਕਟਿਵ ਵਰਤਾਰੇ ਬਾਰੇ ਉਸ ਖੋਜਕਰਤਾ ਦੀ ਬੁਨਿਆਦੀ ਪੁੱਛਗਿੱਛ ਦੇ ਨਤੀਜੇ ਵਜੋਂ ਇੰਨੀ ਤੀਬਰ ਵਿਗਿਆਨਕ ਜੀਵਨ ਅਤੇ ਗਤੀਵਿਧੀ ਪ੍ਰਬਲ ਹੋਈ। ਉੱਥੇ ਅਲਫਾ ਕਿਰਨਾਂ ਦੇ ਜਜ਼ਬ ਕਾਰਨ ਤੇ ਇੱਕ ਸਿਧਾਂਤਕ ਕੰਮ ਕਰਨ ਤੋਂ ਬਾਅਦ ਜੋ ਕਿ ਫਿਲਿਸਫਿਲ ਮੈਗਨੀਸ਼ 1913 ਵਿੱਚ ਪ੍ਰਕਾਸ਼ਿਤ ਹੋਇਆ ਉਸਨੇ ਰਦਰਫੋਰਡ ਦੁਆਰਾ ਪਰਮਾਣੂ ਨਿਊਕਲੀਅਸ ਦੀ ਖੋਜ ਦੇ ਆਧਾਰ ਤੇ ਪਰਮਾਣੂਆਂ ਦੀ ਬਣਤਰ ਦਾ ਅਧਿਆਪਨ ਕੀਤਾ। ਪਲੈਂਕ ਦੁਆਰਾ ਸਥਾਪਿਤ ਕੀਤੇ ਗਏ ਕੁਆਂਟਮ ਥਿਊਰੀ ਤੋਂ ਉਧਾਰ ਲਏ ਗਏ ਸੰਕਲਪਾਂ ਨੂੰ ਪੇਸ਼ ਕਰਕੇ ਜੋ ਹੌਲੀ ਹੌਲੀ ਸਿਧਾਂਤਕ ਭੌਤਿਕ ਵਿਗਿਆਨ ਦੇ ਵਿਗਿਆਨ ਵਿੱਚ ਇੱਕ ਪ੍ਰਮੁੱਖ ਸਥਾਨ 'ਤੇ ਕਾਬਜ਼ ਹੋ ਗਿਆ। ਉਹ ਪਰਮਾਣੂ ਬਣਤਰ ਦੀ ਇੱਕ ਤਸਵੀਰ ਬਣਾਉਣ ਅਤੇ ਪੇਸ਼ ਕਰਨ ਵਿੱਚ ਸਫਲ ਹੋਇਆ ਜੋ ਬਾਅਦ ਵਿੱਚ ਸੁਧਾਰਾਂ ਨਾਲ ਅਜੇ ਤੱਕ ਤੱਤ ਦੇ ਭੌਤਿਕ ਅਤੇ ਰਸਾਇਣਕ ਗੁਣਾਂ ਦੀ ਵਿਆਖਿਆ ਦੇ ਤੌਰ 'ਤੇ ਕੰਮ ਕਰਦਾ ਹੈ। 1913 ਤੋਂ 1914 ਵਿੱਚ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਵਿੱਚ ਲੈਕਚਰਸ਼ਿਪ ਰੱਖੀ ਅਤੇ 1914 ਤੋਂ 1916 ਵਿੱਚ ਮਾਨਚੈਸਟਰ ਦੀ ਵਿਕਟੋਰੀਆ ਯੂਨੀਵਰਸਿਟੀ ਵਿੱਚ ਇਸੇ ਤਰ੍ਹਾਂ ਦੀ ਨਿਯੁਕਤੀ ਕੀਤੀ। 1916 ਵਿੱਚ ਉਸ ਨੂੰ ਕੋਪਨਹੈਗਨ ਯੂਨੀਵਰਸਿਟੀ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਅਤੇ 1920 ਤੋਂ ਉਹ ਇਸ ਯੂਨੀਵਰਸਿਟੀ ਵਿੱਚ ਉਸ ਦੇ ਲਈ ਸਥਾਪਿਤ ਸਿਧਾਂਤਕ ਭੌਤਿਕ ਵਿਗਿਆਨ ਸੰਸਥਾ ਦੇ ਮੁਖੀ ਸਨ। ਪਰਮਾਣੂਆਂ ਦੀ ਬਣਤਰ 'ਤੇ ਉਸ ਦੇ ਕੰਮ ਦੀ ਮਾਨਤਾ 1922 ਲਈ ਨੋਬਲ ਪੁਰਸਕਾਰ ਦੇ ਨਾਲ ਆਈ ਸੀ। 1930 ਤੋਂ ਉਸ ਦੇ ਸੰਸਾਧਨ ਵਿੱਚ ਬੋਹਰ ਦੀਆਂ ਗਤੀਵਿਧੀਆਂ ਪਰਮਾਣੂ ਨਿਊਕਲੀਅਸ ਦੇ ਸੰਵਿਧਾਨ ਅਤੇ ਉਹਨਾਂ ਦੇ ਪਰਿਵਰਤਨ ਅਤੇ ਵਿਘਨ ਬਾਰੇ ਖੋਜ ਕਰਨ ਲਈ ਵੱਧ ਤੋਂ ਵੱਧ ਨਿਰਦੇਸ਼ਿਤ ਸਨ। 1936 ਵਿੱਚ ਉਸਨੇ ਇਸ਼ਾਰਾ ਕੀਤਾ ਕਿ ਪਰਮਾਣੂ ਪ੍ਰਤੀਕਿਰਿਆ ਵਿੱਚ ਪਰਸਪਰ ਕਿਰਿਆਵਾਂ ਹੋਣ ਵਾਲੇ ਖੇਤਰ ਦੀ ਛੋਟਤਾ ਅਤੇ ਨਾਲ ਹੀ ਇਹਨਾਂ ਪਰਸਪਰ ਕਿਰਿਆਵਾਂ ਦੀ ਤਾਕਤ ਪਰਮਾਣੂਆਂ ਦੀ ਕੀਤੀ ਇੱਕ ਤਰਲ ਬੂੰਦ ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਨਿਊਕਲੀਅਸ ਦੀ ਇੱਕ ਬਹੁਤ ਵਧੀਆ ਤਸਵੀਰ ਦੇਵੇਗੀ। ਇਸ ਅਖੌਤੀ ਤਰਲ ਬੂੰਦ ਸਿਧਾਂਤ ਨੇ ਪਰਮਾਣੂ ਵਿਖੰਡਨ ਦੀ ਵਿਧੀ ਨੂੰ ਸਮਝਾਉਣ ਦੀ ਇਜਾਜ਼ਤ ਦਿੱਤੀ
ਜਦੋਂ 1939 ਵਿੱਚ ਹੈਨੀ ਅਤੇ ਸਟੈਮਨ ਦੁਆਰਾ ਯੂਰੇਨੀਅਮ ਦੇ ਵੰਡਣ ਦੀ ਖੋਜ ਕੀਤੀ ਗਈ ਸੀ ਅਤੇ ਇਸ ਖੇਤਰ ਵਿੱਚ ਮਹੱਤਵਪੂਰਨ ਸਿਧਾਂਤਕ ਅਧਿਐਨਾਂ ਦਾ ਆਧਾਰ ਬਣਾਇਆ ਗਿਆ ਸੀ, ਬੋਹਰ ਨੇ ਕੁਆਂਟਮ ਭੌਤਿਕ ਵਿਗਿਆਨ ਵਿੱਚ ਆਈਆਂ ਸਮੱਸਿਆਵਾਂ ਦੇ ਸਪਸ਼ਟੀਕਰਨ ਵਿੱਚ ਵੀ ਯੋਗਦਾਨ ਪਾਇਆ, ਖਾਸ ਕਰਕੇ ਪੂਰਵਾਤਕ ਦੀ ਧਾਰਨਾ ਨੂੰ ਵਿਕਸਿਤ ਕਰਦੇ ਹੋਏ। ਇਸ ਤਰ੍ਹਾਂ ਉਹ ਇੱਕ ਦਿਖਾ ਸਕਦਾ ਹੈ ਕਿ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਈਆਂ ਤਬਦੀਲੀਆਂ ਨੇ ਸਾਡੇ ਵਿਗਿਆਨਕ ਦ੍ਰਿਸ਼ਟੀਕੋਣ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਨੂੰ ਕਿੰਨਾ ਡੂੰਘਾ ਪ੍ਰਭਾਵਿਤ ਕੀਤਾ ਹੈ ਅਤੇ ਕਿਵੇਂ ਰਵੱਈਏ ਦੇ ਇਸ ਬਦਲਾਅ ਦੇ ਨਤੀਜੇ ਪਰਮਾਣੂ ਭੌਤਿਕ ਵਿਗਿਆਨ ਦੇ ਦਾਇਰੇ ਤੋਂ ਬਹੁਤ ਦੂਰ ਪਹੁੰਚਦੇ ਹਨ ਅਤੇ ਮਨੁੱਖੀ ਗਿਆਨ ਦੇ ਸਾਰੇ ਖੇਤਰਾਂ ਨੂੰ ਛੂਹਦੇ ਹਨ। ਇਹਨਾਂ ਵਿਚਾਰਾਂ ਦੀ ਚਰਚਾ 1933 ਤੋਂ 1962 ਦੇ ਸਾਲਾਂ ਦੌਰਾਨ ਲਿਖੇ ਗਏ ਕਈ ਲੇਖਾਂ ਵਿੱਚ ਕੀਤੀ ਗਈ ਹੈ। ਉਹ ਅੰਗਰੇਜ਼ੀ ਵਿੱਚ ਉਪਲਬਧ ਹਨ। ਕ੍ਰਮਵਾਰ 1958 ਅਤੇ 1963 ਵਿੱਚ ਜੌਨ ਵਿਲੀ ਐਡਸਨਸ, ਨਿਊਯਾਰਕ ਅਤੇ ਲੰਡਨ ਦੁਆਰਾ ਸੰਸਥਾਪਿਤ ਪ੍ਰਮਾਣੂ ਭੌਤਿਕ ਵਿਗਿਆਨ ਅਤੇ ਮਨੁੱਖੀ ਗਿਆਨ ਅਤੇ ਨਿਬੰਧ 1958 ਤੋਂ 1962 ਸਿਰਲੇਖ ਦੇ ਨਾਲ ਦੋ ਭਾਗਾਂ ਵਿੱਚ ਇਕੱਤਰ ਕੀਤੇ ਗਏ ਹਨ। ਪ੍ਰੋਫੈਸਰ ਬੋਹਰ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚੋਂ ਅੰਗਰੇਜ਼ੀ ਭਾਸ਼ਾ ਵਿੱਚ ਕਿਤਾਬਾਂ ਦੇ ਰੂਪ ਵਿੱਚ ਪ੍ਰਗਟ ਹੋਣ ਵਾਲੀਆਂ ਤਿੰਨ ਦਾ ਜ਼ਿਕਰ ਇੱਥੇ ਉਸ ਦੇ ਪ੍ਰਮੁੱਖ ਵਿਚਾਰਾਂ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਦੀ ਥਿਊਰੀ ਆਫ ਸਪੈਕਟਰਾ ਐਂਡ ਐਟੋਮਿਕ ਕੌਨਸਟੀਟਿਊਸ਼ਨ, ਯੂਨੀਵਰਸਿਟੀ ਪ੍ਰੈਸ, ਕੈਂਬਰਿਜ, ਐਡ. 1924, ਪ੍ਰਮਾਣੂ ਸਿਧਾਂਤ ਅਤੇ ਕੁਦਰਤ ਦਾ ਵਰਣਨ, ਯੂਨੀਵਰਸਿਟੀ ਪ੍ਰੈਸ, ਕੈਂਬਰਿਜ, 1934, ਮੁੜ ਛਾਪਣ 1961, ਗਿਆਨ ਦੀ ਏਕਤਾ, ਡਬਲ ਐਡ ਕੰਪਨੀ, ਨਿਊਯਾਰਕ, 1955। ਦੂਜੇ ਵਿਸ਼ਵ ਯੁੱਧ ਵਿੱਚ ਡੈਨਮਾਰਕ ਉੱਤੇ ਨਾਜ਼ੀ ਕਬਜ਼ੇ ਦੌਰਾਨ ਬੋਹਰ ਸਵੀਡਨ ਭੱਜ ਗਿਆ ਅਤੇ ਯੁੱਧ ਦੇ ਆਖਰੀ 2 ਸਾਲ ਇੰਗਲੈਂਡ ਅਤੇ ਅਮਰੀਕਾ ਵਿੱਚ ਬਿਤਾਏ, ਜਿੱਥੇ ਉਹ ਪਰਮਾਣੂ ਊਰਜਾ ਪ੍ਰੋਜੈਕਟ ਨਾਲ ਜੁੜ ਗਿਆ। ਆਪਣੇ ਬਾਅਦ ਦੇ ਸਾਲਾਂ ਵਿੱਚ ਉਸ ਨੇ ਆਪਣਾ ਕੰਮ ਪਰਮਾਣੂ ਭੌਤਿਕ ਵਿਗਿਆਨ ਦੀ ਸ਼ਾਂਤੀਪੂਰਨ ਵਰਤੋਂ ਅਤੇ ਪਰਮਾਣੂ ਹਥਿਆਰਾਂ ਦੇ ਵਿਕਾਸ ਤੋਂ ਪੈਦਾ ਹੋਣ ਵਾਲੀਆਂ ਰਾਜਨੀਤਿਕ ਸਮੱਸਿਆਵਾਂ ਲਈ ਸਮਰਪਿਤ ਕੀਤਾ। ਖਾਸ ਤੌਰ 'ਤੇ ਉਸ ਨੇ ਰਾਸ਼ਟਰਾਂ ਵਿਚਕਾਰ ਪੂਰੀ ਖੁੱਲ੍ਹੇਪਨ ਵੱਲ ਵਿਕਾਸ ਦੀ ਵਕਾਲਤ ਕੀਤੀ। ਉਸ ਦੇ ਵਿਚਾਰ ਵਿਸ਼ੇਸ਼ ਤੌਰ 'ਤੇ ਸੰਯੁਕਤ ਰਾਸ਼ਟਰ ਨੂੰ 9 ਜੂਨ 1950 ਨੂੰ ਉਸ ਦੇ ਖੁੱਲ੍ਹੇ ਪੱਤਰ ਵਿੱਚ